ਬੇਟੇ ਆਪਾਂ ਅੱਜ ਸ਼ੁਰੂ ਕਰਨ ਲੱਗੇ ਹਾਂ ਨੈਕਸਟ ਜਿਹੜਾ ਹੈ ਆਪਣਾ ਔਰਗਨਲੀ ਦੈਟ ਇਜ਼ ਫੂਡ ਪੈਸੇਜ। ਬੇਟੇ ਜਦੋਂ ਮੈਂ ਇਹ ਡਿਸਕਸ ਕਰਾਂਗੀ ਮੈਂ ਫੂਡ ਪੈਸੇਜ ਹਾਊ ਇਟ ਵਰਕ ਦੈਟ ਮੀਨਸ ਜਿਹੜਾ ਡਾਈਜੈਸ਼ਨ ਦਾ ਪੋਰਸ਼ਨ ਹੈ ਜਾਂ ਆਪਾਂ ਨਿਊਟ੍ਰੀਸ਼ਨ ਦਾ ਪੋਰਸ਼ਨ ਹੈ ਉਹ ਨਾਲ ਹੀ ਡਿਸਕਸ ਕਰ ਦਾਂਗੀ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਵੇ। ਇਸੇ ਤਰੀਕੇ ਨਾਲ ਜਦੋਂ ਆਪਾਂ ਫੂਡ ਵੈਕਿਊਲਸ ਡਿਸਕਸ ਕਰਾਂਗੇ ਉਦੋਂ ਫੂਡ ਵੈਕਿਊਲ ਦੇ ਵਿੱਚੋਂ ਰਾਹੀਂ ਹੀ ਸਾਰਾ ਕੁਛ ਆਪਾਂ ਕਿ ਕਿਵੇਂ ਉਹ ਵਰਕ ਕਰਦੀ ਜੋ ਕਿ ਤਾਂ ਕਿ ਤੁਹਾਨੂੰ ਜੋ ਸਟਰਕਚਰ ਸਮਝਾਇਆ ਜਾਂਦਾ ਉਹਦਾ ਫੰਕਸ਼ਨਿੰਗ ਵੀ ਨਾਲ ਹੀ ਹੋ ਜਾਏ। ਹੁਣ ਫੂਡ ਪੈਸੇਜ ਜਿਹੜਾ ਹੈ ਪੈਰਾਮੀਸ਼ੀਅਮ ਦੇ ਅੰਦਰ ਪਰਮਾਨੈਂਟ ਫੂਡ ਪੈਸੇਜ ਹੈ ਫॉर ਇਨਟੇਕ ਆਫ ਫੂਡ ਐਂਡ ਦੈਟ ਵਾਜ਼ ਡਿਸਟਿੰਕਟਲੀ ਰੀਜਨ ਹੈ ਇੱਕ, ਅਤੇ ਉਹਦੇ ਵਿੱਚ ਕਰੈਕਟਰਿਸਟਿਕਲੀ ਡਿਫਰੈਂਟ ਤਰ੍ਹਾਂ ਦੇ ਜਿਹੜੇ ਹੈ ਸੀਟੀ ਹੈ ਜਾਂ ਓਰਲ ਸਾਈਟੇਸ਼ਨ ਜਾਂ ਸਿਲੀਏਚਰ ਕਹਿ ਦਿੰਦੇ ਹਾਂ ਆਪਾਂ, ਠੀਕ ਹੈ। ਸੋ ਉਸ ਦੇ ਅਕੋਰਡਿੰਗਲੀ ਹੁਣ ਆਪਾਂ ਕੀ ਦੇਖ ਰਹੇ ਹਾਂ ਬੇਟਾ, ਜਿਹੜੀ ਇਹ ਫਿਗਰ ਤੁਹਾਡੇ ਸਾਹਮਣੇ ਹੈ ਇਹ ਇੱਕ ਦਾ ਫੂਡ ਪੈਸੇਜ ਹੈ। ਜੇ ਆਪਾਂ ਤੁਸੀਂ ਪੈਰਾਮੀਸ਼ੀਅਮ ਦੀ ਜਿਹੜੀ ਹੈ ਫੋਟੋ ਦੇਖੋ ਲਾਈਕ ਦਿਸ, ਸੋ ਉਹਦੇ ਵਿੱਚ ਦੇਖੋ ਕਿ ਐਟ ਦਾ ਰੀਜਨ ਸੈਂਟਰ ਦੇ ਵਿੱਚ ਜਿਹੜੀ ਹੈ ਆਪਾਂ ਕੀ ਦੇਖਦੇ ਹਾਂ ਉਹਦੇ ਵਿੱਚ ਸੈਂਟਰ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਇਹਦੇ ਕੋਲੇ ਇੱਕ ਕਰਵ ਹੈ, ਦਿਸ ਕਰਵ ਜਿਹੜਾ ਇਹ ਰੀਜਨ ਹੈ ਇਸਨੂੰ ਅਸੀਂ ਬੇਟਾ ਕੀ ਕਹਿੰਦੇ ਹਾਂ, ਵੀ ਨੇਮ ਇਟ ਐਜ਼ ਓਰਲ ਗਰੂਵ ਐਂਡ ਓਰਲ ਗਰੂਵ ਜਾਂ ਪੈਰੀਸਟੋਮ ਜਿਹੜਾ ਕਿ ਲੀਡ ਇਨਟੂ ਦਾ ਕੈਨ ਸੇ ਇੱਕ ਤਰ੍ਹਾਂ ਦਾ ਬਕਲ ਕੈਵਿਟੀ ਜਾਂ ਮਾਊਥ ਲਾਈਕ ਸਟਰਕਚਰ ਦੀ ਫੋਰਮੇਸ਼ਨ ਹੈ। ਸੋ ਇਸ ਚੀਜ਼ ਨੂੰ ਆਪਾਂ ਡਿਟੇਲ 'ਚ ਸਟਰਕਚਰ ਸਟੱਡੀ ਕਰਦੇ ਹਾਂ ਦੈਟ ਇਜ਼ ਕਿ ਹਾਊ ਵੀ ਕੈਨ ਸੇ ਦਿਸ ਔਰਗਨਿਜ਼ਮ ਹੈਵਿੰਗ ਦਿਸ ਸਟਰਕਚਰਾਈਜੇਸ਼ਨ। ਹੁਣ ਬੇਟਾ ਧਿਆਨ ਨਾਲ ਸਮਝੋ। ਸੋ ਇਸ ਦੇ ਵਿੱਚ ਆਪਾਂ ਨੂੰ ਕੀ ਨਜ਼ਰ ਆ ਰਿਹਾ ਦੇਖੋ ਕਿ ਦਿਸ ਇਜ਼ ਦਿਸ ਸਟਰਕਚਰ ਵਿਚ ਇਜ਼ ਵੀ ਨੇਮ ਐਜ਼ ਆ ਪੂਰੇ ਦਾ ਪੂਰਾ ਪਹਿਲਾਂ ਆਪਾਂ ਇਹ ਹੈ ਮਾਰਕਿੰਗ ਐਟ ਦੈਟ ਰੀਜਨ। ਸੋ ਇਸ ਦੇ ਵਿੱਚ ਇਹ ਸਾਰੇ ਦਾ ਨੂੰ ਆਪਾਂ ਸਟੱਡੀ ਕਰਨਾ ਹੈ, ਠੀਕ ਹੈ। ਨਾਓ ਜਿਹੜਾ ਇਹ ਓਰਲ ਗਰੂਵ ਹੈ ਇੱਕ ਸ਼ੈਲੋ ਗਰੂਵ ਹੈ ਔਨ ਦਾ ਵੈਂਟਰਲ ਸਾਈਡ। It start from the interior end of the body and run diagonally देखो into the endoplasm up to the middle of the body. It is wider in front, ठीक है, ਇੱਥੇ ਜਿਹੜਾ ਹੈ wider in front and but narrow at behind, ਠੀਕ ਹੈ। So this structure ਦੇ accordingly ਹੁਣ ਆਪਾਂ ਨੂੰ ਹੋਰ ਕੀ ਨਜ਼ਰ ਆ ਰਿਹਾ, ਦਾ ਏਰੀਆ ਜਿਹੜਾ ਉਹਦੀ ਜਿੱਥੋਂ ਸ਼ੁਰੂ ਹੋ ਰਿਹਾ ਦਾ ਫਨਲ ਸ਼ੇਪ ਡਿਪਰੈਸ਼ਨ, ਦਿਸ ਏਰੀਆ ਇਜ਼ ਕਾਲਡ ਵੈਸਟੀਬਿਊਲ, ਠੀਕ ਹੈ। ਅਤੇ ਵੈਸਟੀਬਿਊਲ ਜਿਹੜੀ ਹੈ ਵੈਸਲਸ ਦੇ ਲੀਡ ਇਨਟੂ ਟਿਊਬ ਫਸਟ ਐਂਡ ਦੈਨ ਬੈਕਵਰਡ ਐਂਡ ਦੈਟ ਰੀਜਨ ਇਜ਼ ਕਾਲਡ ਐਜ਼ ਮੇਜਰ ਪੋਰਸ਼ਨ, ਦਿਸ ਪੋਰਸ਼ਨ ਇਜ਼ ਕਾਲਡ ਬਕਲ ਕੈਵਿਟੀ ਐਂਡ ਜਿੱਥੇ ਜਾ ਕੇ ਉਹ ਨੈਰੋ ਡਾਊਨ ਹੁੰਦਾ ਐਂਡ ਦੈਟ ਇੱਕ ਤਰ੍ਹਾਂ ਦਾ ਆਪਾਂ ਉਹਨੂੰ ਕਿ ਸਟਮਕ ਕਹਿ ਲਈਏ ਐਂਡ ਦੈਨ ਨੈਰੋ ਪਾਰਟ ਜਿਹੜਾ ਹੈ ਜਿਸਨੂੰ ਅਸੀਂ ਸਾਈਟੋਫੈਰਿੰਕਸ ਐਂਡ ਸਾਈਟੋਫੈਰਿੰਕਸ ਜਿਹੜਾ ਹੈ ਵੀ ਕੈਨ ਸੇ ਦਾ ਜੰਕਸ਼ਨ ਬਿਟਵੀਨ ਦਾ ਬੱਕਲ ਕੈਵਿਟੀ ਐਂਡ ਦੈਟ ਮੀਨਸ is act as a mouth or called cytostome. Cytopharynx is separated from the endoplasm ਆ ਜਿਹੜਾ ਪੂਰਾ ਪੋਰਸ਼ਨ ਹੈ by this distinct membrane, okay. This membrane which enlarges and pinch off, ਇਹੀ membrane ਨੇ ਜਦੋਂ ਫੂਡ ਵੈਕਿਊਲ ਨਾਲ ਤਾਂ enlarge ਹੋਣਾ, ਜਦੋਂ pinch off ਹੋਣਾ ਇੱਥੋਂ ਦੀ ਨਿਕਲਣਾ ਤਾਂ ਇਹਨਾਂ ਨੇ revert ਹੋਣਾ, ਠੀਕ ਹੈ। ਸੋ that is ਮੇਨ ਜਿਹੜੀ ਹੈ ਇਹਨਾਂ ਵਿੱਚ structurization। Wall of the cytoplasm is lined with the microtubules called nematodesma arranged like sieves of barrel. ਐਂਡ ਇੱਥੇ ਬੇਟਾ ਮੈਂ ਨੈਕਸਟ ਫਿਗਰ 'ਚ ਵੀ ਦੇਖਾਂਗੇ ਕਿ ਐਟ ਦਾ ਐਂਡ ਇਹ ਮੈਂਬਰੇਨ ਦੇ ਨਾਲ ਇੱਥੇ ਕੀ ਕੱਪ ਸ਼ੇਪ ਸਟਰਕਚਰ ਬਣ ਜਾਂਦਾ ਹੈ ਐਂਡ ਜਿਹਦੇ ਵਿੱਚੋਂ ਕੀ ਹੈ ਫਿਰ ਫੂਡ ਕੀ ਹੈ ਜਿਹੜਾ ਅਨਡਾਈਜੈਸਟਡ ਫੂਡ ਹੈ ਉਹ ਬਾਹਰ ਨਿਕਲਦਾ ਐਂਡ ਇਟ ਇਜ਼ ਐਕਟ ਐਜ਼ ਅ ਵੀ ਕੈਨ ਸੇ ਦੈਟ ਇਟ ਇਜ਼ ਐਕਟ ਐਜ਼ ਅ ਈਨਸ, ਠੀਕ ਹੈ। ਸੋ ਦੈਟ ਮੀਨਸ ਇਹਦੀ ਬੋਡੀ ਦੇ ਵਿੱਚ ਵੈਕਿਊਲਸ ਹੀ ਇੱਕ ਤਰ੍ਹਾਂ ਦੀਆਂ ਐਕਟ ਕਰ ਰਹੀਆਂ ਨੇ, ਈਨਸ ਔਰ ਮੇ ਬੀ ਮਾਊਥ, ਠੀਕ ਹੈ। ਐਂਡ ਇਸ ਈਨਸ ਨੂੰ ਸਾਈਟੋਫੇਜ ਔਰ ਸਾਈਟੋਪ੍ਰੋਕਟ ਵੀ ਕਿਹਾ ਜਾਂਦਾ, ਸਿਚੁਏਟਿਡ ਐਟ ਰਾਈਟ ਸਾਈਡ ਨੀਅਰਲੀ ਮਿਡ ਵੇ ਬਿਟਵੀਨ ਦਾ ਪੋਸਟੀਰੀਅਰ ਐਂਡ ਆਫ ਦਾ, ਇਹ ਪੋਸਟੀਰੀਅਰ ਐਂਡ ਹੈ ਗਰੂਵ ਦਾ, ਇਹਦੀ ਆਲਮੋਸਟ ਹੀ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੀ ਹੈ
ਇਹ ਏਨਸ ਜਾਂ ਜਿਸ ਨੂੰ ਅਸੀਂ ਕਹਿੰਦੇ ਸਾਈਟੋਪ੍ਰੋਕਟ ਜਿਹੜਾ ਹੈ ਹੁੰਦਾ। ਠੀਕ ਹੈ, ਨਾਓ ਹੁਣ ਆਪਾਂ ਇਹਦੇ ਅੰਦਰ ਜਿਹੜੇ ਸੀਲੀਆ ਨੇ ਉਹਨਾਂ ਦਾ ਅਰੇਂਜਮੈਂਟ ਕਰਦੇ ਹਾਂ। ਓਰਲ ਸੀਲੀਏਚਰ, the food passage shows special arrangement, so oral groove and vestibule। ठीक है, oral groove है ते vestibule, इन्हां विच they are covered with the simple cilia derived from the somatic ciliature, and the oral groove are longer than the cilia of oral groove are longer than that of the rest of the body। ਜਿਹੜੀ ਆ ਇੱਥੇ ਗਰੂਵ ਦੇ ਵਿੱਚ ਹੋਣੇ। ਠੀਕ ਹੈ, ਨਾਓ ਹੁਣ ਆਪਾਂ ਕਹਿ ਰਹੇ ਕਿ ਇਨ ਦਾ ਵੈਸਟੀਬਿਊਲ ਸੀਲੀਆ ਇਜ਼ ਰੈਲੇਟਿਵਲੀ ਸ਼ਾਰਟ ਐਂਡ ਅਰੇਂਜ ਇਨ ਅ ਕ੍ਰਸੈਂਟਿਕ ਮੈਨਰ। ਠੀਕ ਹੈ, ਆਪਾਂ ਇਹਨੂੰ ਪੂਰੇ ਨੂੰ ਓਰਲ ਗਰੂਵ ਮੀਨਸ ਪੈਰੀਸਟੋਮ ਜਿਹੜਾ ਹੈ, ਇਹਦੇ ਵਿੱਚ ਜਿਹੜੀ ਆ ਸੀਲੀਆ ਹੈ ਇਹ ਕੰਪੈरेटिवली ਲਾਰਜਰ ਨੇ ਐਜ਼ ਕੰਪੇਅਰ ਟੂ ਦੈਟ। Along the right border of the junction between the vestibule and the buccal cavity is a row of adhering cilia form a sheet called undulating or endoral membrane। These are ਜਿਹੜੇ structures ਦੀ ਗੱਲ ਕਰ ਰਹੇ ਹਾਂ। ਠੀਕ ਹੈ, ਸੋ ਦੇ ਲਾਈਕ ਦਿਸ ਆ ਦੇਖੋ ਆ ਸੀਲੀਆ ਜਿਹੜੀ ਹੈ ਇਹਨਾਂ ਦਾ ਅਰੇਂਜਮੈਂਟ ਦੀ ਗੱਲ ਕਰਨ ਲੱਗਿਆ। ਸੋ ਸਭ ਤੋਂ ਪਹਿਲਾਂ ਜਿੱਥੇ ਉਹ ਕਵਰਿੰਗ ਆ ਦੇਖੋ ਜਿਹੜੀ ਦਿਖਾਈ ਬਰਾਊਨ ਕਲਰ ਦੀ ਐਂਡੋਰਲ ਮੈਮਬ੍ਰੇਨ ਬੁਲਾ ਲੈਂਦੇ ਮੀਨਸ ਐਟ ਦਾ ਜੰਕਸ਼ਨ ਜਾਂ ਐਟ ਦਾ ਰਾਈਟ ਬਾਰਡਰ ਜੰਕਸ਼ਨ ਬਿਟਵੀਨ ਦਾ ਵੈਸਟੀਬਿਊਲ ਐਂਡ ਆ ਵੈਸਟੀਬਿਊਲ ਹੈ ਆ ਬੱਕਲ ਕੈਵਿਟੀ, ਇਹਨਾਂ ਦੇ ਜੰਕਸ਼ਨ ਦੇ ਉੱਤੇ ਜਿਹੜੀ ਹੈ ਇਹ ਇਸ ਤਰ੍ਹਾਂ ਅਰੇਂਜ ਹੋਇਆ ਇੱਕ ਤਰ੍ਹਾਂ ਦੀ ਮੈਮਬ੍ਰੇਨ ਬਣ ਜਾਂਦੀ। ਵੀ ਨੇਮ ਐਜ਼ ਕਾਲਡ ਐਜ਼ ਅ ਅੰਡੂਲੇਟਿੰਗ ਮੈਮਬ੍ਰੇਨ ਔਰ ਐਂਡੋਰਲ ਮੈਮਬ੍ਰੇਨ। ਜਿਹੜੀ ਬੱਕਲ ਕੈਵਿਟੀ ਦੇ ਵਿੱਚ ਆਪਾਂ ਸੀਟੀ ਦੇਖ ਰਹੇ ਹਾਂ that is are 3 type ਜਾਂ 3 membrane ventral ਦੇਖੋ this orange ਕਲਰ ਨਾਲ ਰਿਪਰੈਜ਼ੈਂਟ ਕਰ ਰਹੇ, dorsal ਜਿਹੜੇ ਹੈ that is red ਕਲਰ ਨਾਲ ਰਿਪਰੈਜ਼ੈਂਟ ਕੀਤੇ ਐਂਡ quadrals ਜਿਹੜੇ ਹੈ ਉਹ blue ਕਲਰ ਨਾਲ। ਇਹ ਸਾਰੇ ਹੀ ਜਿਹੜੇ ਹੈ ਉਹ 4 ਠੀਕ ਹੈ। so that is panicles run down from the left of the buccal cavity and reach forwardly of 4 rows of cilia। ਸਾਰਿਆਂ 'ਚ ਇਸ ਤਰੀਕੇ ਨਾਲ ਹੀ ਜਿਹੜੇ ਵੈਂਟਰਲ ਅਤੇ ਡੋਰਸਲ ਨੇ ਉਹ ਬਹੁਤ ਕੰਸਾਈਜ਼ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਕੱਠੇ ਹੀ ਨੇ, ਬਟ ਜਿਹੜੇ ਕੁਆਡਰਸ ਵਾਲੇ ਹੈ ਉਹ ਅਲੱਗ-ਅਲੱਗ ਹੋ ਜਾਂਦੇ ਪਹਿਲਾਂ ਐਂਡ ਦੈਨ ਐਟ ਦਾ ਬੇਸ 'ਤੇ ਆ ਕੇ ਉਹ ਫਿਰ ਇੱਕ ਸ਼ੀਟ ਵਾਂਗੂ ਬਣ ਜਾਂਦੇ ਹਨ। ਕੁਆਡਰਸ ਆਲਸੋ ਕੰਸਿਸਟ ਆਫ 4 rows of cilia but the rows are separate except at the end। First extend along the dorsal wall roof of the buccal cavity, then curved and then ਜਿੱਥੇ ਆ ਕੇ ਜੰਕਸ਼ਨ ਹੈ ਬਿਟਵੀਨ ਦਾ ਬੱਕਲ ਕੈਵਿਟੀ ਐਂਡ ਸਾਈਟੋਫੈਰਿੰਗਸ ਉੱਥੇ ਆ ਕੇ ਫਿਨਿਸ਼ ਹੋ ਜਾਂਦੇ ਹੈ। ਹਾਊਐਵਰ ਦੇਅਰ ਇਹ ਕਿਵੇਂ ਇਸ ਤਰ੍ਹਾਂ ਦੇਅਰ ਇਜ਼ ਨੋ ਐਕਚੁਅਲ ਫਿਊਜ਼ਨ ਆਫ ਦਾ ਜਿੰਨੇ ਵੀ ਸੀਲੀਆ ਦੇ ਅੰਦਰ ਪ੍ਰੈਜ਼ੈਂਟ ਨੇ, ਭਾਵੇਂ ਉਹ ਡੋਰਸਲ ਦੇ ਪੈਨਿਕਲਸ ਨੇ ਜਾਂ ਵੈਂਟਰਲ ਪੈਨਿਕਲਸ ਨੇ, ਇਹ ਆਪਸ 'ਚ ਕਿਤੇ ਵੀ ਫਿਊਜ਼ ਨਹੀਂ ਹੁੰਦੇ, ਆਪਸ 'ਚ ਤੇ ਉਲਝਦੇ ਨਹੀਂ ਹਨ। ਸੋ ਨੋ ਐਕਚੁਅਲ ਫਿਊਜ਼ਨ। ਠੀਕ ਹੈ, ਇਹਦਾ ਇਹ ਮੰਨਿਆ ਜਾਂਦਾ ਸ਼ਾਇਦ ਇਹਨਾਂ ਦੇ ਕੈਨੇਟੋਜ਼ੋਮਸ ਐਟ ਦਾ ਬੇਸ 'ਤੇ ਜਿਹੜੇ ਹੁੰਦੇ ਨੇ ਆਰ ਕਲੋਜ਼ ਟੂਗੈਦਰ ਟੂ ਪ੍ਰੋਡਿਊਸ ਸਮ ਸੋਰਟ ਆਫ structural coupling that cause all the cilia of membrane to beat together। ठीक है, then cytopharynx ਜਿਹੜਾ ਹੈ ਉਹ without ਕੀ ਹੈ cilia। then ਇਸ ਤੋਂ ਹੇਠਲੇ ਹਿੱਸੇ 'ਚ ਆਪਾਂ ਕੀ ਦੇਖਦੇ ਹਾਂ ਬੇਟਾ, that is a food vacuole। ਹੁਣ ਜਿਹੜੀ food vacuole ਹੈ ਉਹ ਹੈ ਕੀ ਹੈ ਕਿ ਵੇਰੀ ਸਾਈਜ਼ ਦੀ ਹੈ, ਜਿੱਥੇ ਸਾਈਟੋਫੈਰਿੰਕਸ ਹੁੰਦਾ ਹੈ ਉਤੋਂ ਦੇ ਆਰ ਆਲਮੋਸਟ ਸਫੈਰੀਕਲ ਇਨ ਫੋਰਮ ਐਂਡ ਕੰਟੇਨ ਵਾਟਰ ਜਿਹੜੇ ਮੈਂ ਬਲੂ ਕਲਰ ਇੰਡੀਕੇਟ ਕੀਤਾ ਐਂਡ ਫੂਡ ਪਾਰਟੀਕਲਸ ਜਿਹੜਾ ਇੰਜੈਸਟ ਕੀਤਾ ਉਹਨਾਂ ਨੇ ਦੈਟ ਇਜ਼ ਅ ਗ੍ਰੀਨ ਕਲਰ ਨਾਲ ਰਿਪਰੈਜ਼ੈਂਟ ਕਰੀਆਂ। ਦੇ ਆਰ ਬਾਉਂਡਿਡ ਬਾਈ ਅ ਡੈਫੀਨਿਟ ਮੈਂਬਰੇਨ। ਠੀਕ ਹੈ, ਹੋ ਗਿਆ ਐਂਡ ਇਹਨੇ ਪਿੰਚ ਆਫ ਹੋ ਕੇ ਕੀ ਹੈ ਫੂਡ ਵੈਕਿਊਲ ਦੀ ਫੋਰਮੇਸ਼ਨ ਕਰ ਲੈਣੀ ਹੈ। ਠੀਕ ਹੈ, ਸੋ ਇੱਥੇ ਤੱਕ ਤਾਂ ਹੈ ਬੇਟਾ ਸਟਰਕਚਰ। ਹੁਣ ਇਹ ਫੰਕਸ਼ਨ ਕਿਵੇਂ ਕਰਦਾ ਹੈ? ਠੀਕ ਹੈ, ਸੋ ਇਸ ਚੀਜ਼ ਨੂੰ ਆਪਾਂ ਨਾਲ ਦੀ ਨਾਲ ਕਰ ਲੈਂਦੇ ਜਿਸ ਨੂੰ ਆਪਾਂ ਟੌਪਿਕ ਜਿਹੜਾ ਨਿਊਟ੍ਰੀਸ਼ਨ ਦਾ ਕਰਦੇ ਹਾਂ। ਇਸ ਦੇ ਵਿੱਚ ਕੀ ਹੈ ਕਿ ਨਿਊਟ੍ਰੀਸ਼ਨ ਵਾਈਜ਼ ਕਾਹਦੇ ਵਾਸਤੇ ਨਿਊਟ੍ਰੀਸ਼ਨ ਕਿ ਐਨਰਜੀ ਪ੍ਰੋਵਾਈਡ ਕਰਨੀ ਹੈ, ਨਿਊਟ੍ਰੀਸ਼ਨ ਦੇ ਥਰੂ ਗਰੋਥ ਹੋਣੀ ਹੈ, ਮੇਨਟੇਨੈਂਸ ਹੋਣੀ ਹੈ, ਰੀਪਰੋਡਕਸ਼ਨ ਹੋਣੀ ਹੈ। ਤਾਂ ਇਸੇ ਤਰੀਕੇ ਨਾਲ ਅਸੀਂ ਹਾਇਰ ਆਰਗਨਿਜ਼ਮ ਵਾਂਗੂ ਵੀ ਇਸ ਨੂੰ ਅਸੀਂ ਕੈਟਾਗਰਾਈਜੇਸ਼ਨ ਦੇ ਅਕੋਰਡਿੰਗਲੀ ਕਿਸ 'ਚ ਕਿੰਨੇ ਹਿੱਸਿਆਂ 'ਚ ਵੰਡ ਦਿੰਦੇ ਹਾਂ ਬੇਟਾ, ਉਹੀ ਇੰਜੈਸ਼ਨ, ਡਾਈਜੈਸ਼ਨ, ਅਬਜ਼ੌਰਪਸ਼ਨ, ਅਸੀਮੀਲੇਸ਼ਨ ਐਂਡ ਇਜੈਸ਼ਨ। ਹੁਣ ਖਾਂਦਾ ਕੀ ਹੈ, ਫੂਡ ਕੀ ਹੈ? ਪੈਰਾਮੀਸ਼ੀਅਮ ਇਜ਼ ਹੋਲੋਟ੍ਰੋਫਿਕ, ਟੇਕ solid food particles mostly bacteria, yeast, acellular fungi and small protozoa। ਇਸ ਕਰਕੇ
some term is used that is called microbeaver, ठीक है, आप कहते हैं हर्बीवोर, कार्निवोर्स, इंसैक्टिवोर, सेम उसी तरीके नाल ओके माइक्रो ऑर्गेनिज्म खांदा तो वी नेम एज माइक्रोबियावोर. सो somehow select its food it prefers. ਇਹ ਦੇਖਿਆ ਗਿਆ ਕਿ ਕਾਰਬੋਹਾਈਡਰੇਟ ਤੇ ਪ੍ਰੋਟੀਨਸ ਮਟੀਰੀਅਲ ਨੂੰ ਜ਼ਿਆਦਾ ਕਰਦਾ ਤੇ ਫੈਟ ਨੂੰ ਅਵੋਇਡ ਕਰਦਾ, ਮੀਨਸ ਕਿ ਹੈਲਥ ਕੌਨਸ਼ੀਅਸ ਹੈ, ਠੀਕ ਹੈ. ਸੋ ਐਕਸੈਪਟ ਇਨ ਸਰਟਨ ਕੰਡੀਸ਼ਨ ਵੈਨ ਫੂਡ ਸਟੋਰੇਜ ਇਜ਼ ਦੇਅਰ. ਨਾਓ ਹੁਣ ਆਪਾਂ ਇਸ ਕਰਦੇ ਹਾਂ ਕਿ ਦੇਖਿਆ ਗਿਆ ਕਿ ਪੈਰਾਮੀਸ਼ੀਅਮ ਇੱਕ ਟਾਈਮ 'ਚ ਅੰਡਰ ਨੋਰਮਲ ਐਕਟਿਵ ਕੰਡੀਸ਼ਨ ਨੀਅਰ ਅਬਾਊਟ 1000 ਜਿਹੜੇ ਹੈ ਬੈਕਟੀਰੀਆ ਉਹ 1 ਘੰਟੇ 'ਚ ਕੰਜ਼ਿਊਮ ਕਰਦਾ. ਅਤੇ ਇਹ ਵੀ ਦੇਖਿਆ ਗਿਆ ਕਿ ਜੇ ਆਪਾਂ ਉਸਨੂੰ ਜਿਹੜੇ ਬੈਕਟੀਰੀਆ ਨੇ ਜਾਂ ਆਪਾਂ ਉਸਨੂੰ ਜਿਹੜੀ ਹੈ ਐਸਟੋਕਾਰਮਿਨ ਨਾਲ ਟਰੀਟ ਕਰ ਦਈਏ, ਰੈੱਡ ਕਲਰ ਦੀ ਡਾਈ ਹੁੰਦੀ ਹੈ ਬੇਟਾ, ਦੈਨ ਉਹ ਕੀ ਹੈ, ਉਹ ਲਰਨ ਹੈ, ਉਹ ਰਿਜੈਕਟ ਕਰਨਾ ਸ਼ੁਰੂ ਕਰ ਦਿੰਦਾ. ਬਟ ਉਹ ਜਿਹੜੀ ਇਹਦੀ ਲਰਨਿੰਗ ਪਾਵਰ ਹੈ 2-3 ਦਿਨਾਂ ਵਾਸਤੇ ਰਹਿੰਦੀ ਹੈ, ਉਸ ਤੋਂ ਬਾਅਦ ਫਿਰ ਉਹ ਭੁੱਲ ਜਾਂਦਾ, ਫਿਰ ਆਪਾਂ ਉਹ ਖਾ ਲੈਂਦਾ ਫਿਰ. ਸੋ ਦੈਟ ਮੀਨਸ ਇਟਸ ਨੋਟ ਵੀ ਕੈਨ ਸੇ ਨੈਕਸਟ ਜਨਰੇਸ਼ਨ 'ਚ ਪਾਸ ਨਹੀਂ ਹੁੰਦੀ ਜਾਂ ਡਿਵੀਜ਼ਨ 'ਚ ਨਹੀਂ ਪਾਸ ਹੁੰਦੀ, ਠੀਕ ਹੈ. ਨਾਓ ਵੀ ਸਟਾਰਟ ਵਿਦ ਦ ਨੈਕਸਟ ਟੋਪਿਕ ਮਤਲਬ ਪਾਰਟ ਦੈਟ ਇਜ਼ ਇੰਜੈਸ਼ਨ. ਹੁਣ ਇੰਜੈਸ਼ਨ ਕੀ ਹੈ, ਕਿਵੇਂ ਲੈਂਦਾ, ਦੇਖੋ ਦਿਸ ਇਜ਼ ਸ਼ੋਇੰਗ ਯੂ ਅ ਇੰਜੈਸ਼ਨ. ਹੁਣ ਇੰਜੈਸ਼ਨ ਜਿਹੜੀ ਹੈ ਦੈਟ ਇਜ਼ ਟੇਕਨ ਵਿਦ ਦ ਹੈਲਪ ਆਫ, ਹੁਣ ਕਿਹਦੇ ਨਾਲ ਹੈ ਕਿ ਵਾਟਰ ਕਰੰਟ ਨੂੰ ਸੈਟਅਪ ਕਰਨਾ. ਫੂਡ ਪਾਰਟੀਕਲਸ ਕਿੱਥੇ ਨੇ, ਵਾਟਰ 'ਚ ਹੀ ਹੈ. ਦੇ ਬ੍ਰੌਟ ਬਾਏ ਦਾ ਬੀਟਿੰਗ ਆਫ ਸੀਲੀਆ, ਜਿਹੜੇ ਸੀਲੀਆ ਲਾਈਨਿੰਗ ਦਾ ਓਰਲ ਗਰੂਵ ਪੈਰੀਸਟੋਮ ਇਸ ਰੀਜਨ 'ਤੇ ਹੁੰਦੇ ਨੇ, ਇਸ ਰੀਜਨ 'ਤੇ ਜਿਹੜੇ ਹੁੰਦੇ ਨੇ ਉਹ ਜਿਹੜੇ ਇਹ ਸੀਲੀਆ ਜਿਹੜੇ ਨੇ ਬੇਟਾ ਉਹ ਕੀ ਬੀਟ ਕਰਦੇ ਨੇ ਬੈਕਵਰਡ. ਦਿਸ ਮੇਕ ਵਾਟਰ ਕਰੰਟ ਇਨ ਅ ਫੋਰਮ ਆਫ ਵੋਰਟੈਕਸ ਜਾਂ ਜਿਹਨੂੰ ਆਪਾਂ ਵਰਲਪੂਲ ਜਿਹਨੂੰ ਘੁਮੇਰੀਆਂ ਜਿਹੇ ਆਉਂਦੇ. ਸੋ ਦੈਟ ਇਜ਼ ਇਸ ਤਰੀਕੇ ਨਾਲ ਮੂਵਮੈਂਟ ਜਿਹੜੀ ਹੈ ਉਹਨਾਂ ਦੀ ਇਸ ਡਾਇਰੈਕਸ਼ਨ ਨੂੰ ਹੋ ਰਹੀ ਹੈ, ਇਸ ਡਾਇਰੈਕਸ਼ਨ ਨੂੰ ਹੋ ਰਹੀ ਹੈ. ਸੋ ਲਾਈਕ ਦੈਟ, ਜਿਸ ਨਾਲ ਕੀ ਹੈ ਇੱਕ ਵਰਲਪੂਲ ਜੇ ਵਾਂਗੂ ਕੀ ਹੈ ਇਸ ਤਰ੍ਹਾਂ ਦੀ ਮੂਵਮੈਂਟ ਹੋ ਜਾਂਦੀ ਹੈ, ਠੀਕ ਹੈ. ਸੋ ਇਹ ਜਿਹੜੀ ਹੈ ਸਟਰਕਚਰਾਈਜੇਸ਼ਨ ਹੈ. ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਵਾਟਰ ਹੈ ਉਹ ਡਿਸਟੈਂਸ ਤੋਂ ਵੀ ਐਂਟੀਰੀਅਰ ਐਂਡ ਦੇ ਵੱਲ ਮੂਵ ਕਰਨਾ ਸ਼ੁਰੂ ਕਰਦਾ. ਜਦੋਂ ਉਹ ਪਾਣੀ ਅੰਦਰ ਨੂੰ ਮੂਵ ਕਰਦਾ ਉਹਦੇ ਵਿੱਚ ਕੀ ਹੁੰਦਾ, ਬੈਕਟੀਰੀਆ, ਐਂਡ ਦੈਟ ਸਸਪੈਂਡਡ ਇਨ ਅ ਫੂਡ ਪਾਰਟੀਕਲ ਇਨ ਵਾਟਰ ਇਨਟੂ ਦਾ ਬੱਕਲ ਕੈਵਿਟੀ ਥਰੂ ਦਾ ਵੈਸਟੀਬਿਊਲ ਥਰੂ ਕੀ ਹੈ ਬੱਕਲ ਕੈਵਿਟੀ 'ਚ ਆ ਗਈ, ਠੀਕ ਹੈ. ਹੇਅਰ ਦਾ ਸੀਲੀਆ ਆਫ ਦਾ ਪੈਨੀਕੂਲਾਈ ਪੁਸ਼ ਦਾ ਫੂਡ ਐਂਡ ਆਲਸੋ ਰੋਟੇਟ ਦੈਮ ਟੂਗੈਦਰ ਇਨਟੂ ਅ ਰਾਊਂਡਡ. ਇਸ ਮੀਨ ਇੱਥੋਂ ਦੀ ਜਿਹੜਾ ਫੂਡ ਹੈ ਤੇ ਇਸ ਤਰ੍ਹਾਂ ਮੂਵ ਕਰਨਾ ਅਤੇ ਉਹ ਇਕੱਠੇ ਕਰਕੇ ਉਹਨੂੰ ਕੀ ਰਾਊਂਡਡ ਫਾਰਮ 'ਚ ਕਨਵਰਟ ਕਰ ਲੈਂਦਾ, ਠੀਕ ਹੈ. ਐਂਡ ਫਾਰਮਿੰਗ ਐਟ ਦਾ ਐਂਡ, ਇੱਥੇ ਆ ਕੇ ਕੀ ਬਣਦਾ ਸੀ, ਫੂਡ ਵੈਕਿਊਲ ਬਣ ਜਾਂਦਾ ਜਿਹੜੀ ਆਪਾਂ ਪਿਛਲੀ 'ਚ, ਠੀਕ ਹੈ. ਐਂਡ ਦੈਟ ਫੂਡ ਵੈਕਿਊਲ ਜਿਹੜੀ ਹੈ ਉਹ ਪਿੰਚ ਆਫ ਹੋ ਜਾਂਦੀ ਹੈ ਐਂਡ ਫਾਰਮ ਸਾਈਟੋਪਲਾਜ਼ਮ 'ਚ ਆ ਜਾਂਦੀ ਹੈ, ਠੀਕ ਹੈ. ਐਂਡ ਸਾਈਟੋਫੈਰੈਂਕਸ ਤੋਂ ਐਂਡ ਸਰਾਊਂਡਿੰਗ ਸਾਈਟੋਪਲਾਜ਼ਮ ਐਂਡ ਫੂਡ ਵੈਕਿਊਲ ਪਾਸ ਇਨਟੂ ਦਾ ਐਂਡੋਪਲਾਜ਼ਮ ਐਂਡ ਨਿਊ ਜਿਹੜੀ ਆ ਹੋਰ ਬਣ ਜਾਂਦੀ. ਭਾਵ ਇੱਥੇ ਆਇਆ ਫੂਡ, ਠੀਕ ਹੈ, ਲਾਈਕ ਦਿਸ. ਮੈਂ ਦੁਬਾਰਾ ਬਣਾ ਕੇ ਦਿਖਾਉਂਦੀ ਹਾਂ ਤੁਹਾਨੂੰ. ਇੱਥੇ ਆ ਗਿਆ, ਇੱਥੋਂ ਕੀ ਹੈ ਸਾਈਟੋਫੈਰੈਂਕਸ ਹੋ ਕੇ ਫੂਡ ਵੈਕਿਊਲ ਬਣਾ ਲਈ, ਫੂਡ ਵੈਕਿਊਲ ਪਿੰਚ ਆਫ ਹੋ ਗਈ, ਪਿੰਚ ਆਫ ਹੋ ਕੇ ਉਹ ਐਟ ਦੇ ਸਟਾਰਟ ਮੂਵਿੰਗ ਟੂ ਦੈਟ ਅਤੇ ਨਾਲ ਦੀ ਨਾਲ ਜਿਹੜੀ ਦੁਬਾਰਾ ਨਵੀਂ ਫੂਡ ਵੈਕਿਊਲ ਸਾਈਟੋਫੈਰੈਂਕਸ 'ਚੋਂ ਫਿਰ ਦੁਬਾਰਾ ਬਣਨੀ ਸ਼ੁਰੂ ਹੋ ਜਾਏਗੀ, ਠੀਕ, ਕਲੀਅਰ ਨਾ. ਹੁਣ ਕੁਐਸਚਨ ਹੈ ਕਿ ਡਾਈਜੈਸ਼ਨ ਕਿਵੇਂ ਹੁੰਦੀ, ਫੂਡ ਵੈਕਿਊਲ ਤਾਂ ਬਣ ਗਈ. ਹੁਣ ਡਾਈਜੈਸ਼ਨ ਵਾਸਤੇ ਕੀ ਹੈ ਕਿ ਇਹ ਜਿਹੜੇ ਆਰਗਨਿਜ਼ਮ ਨੇ ਮਾਈਕਰੋ ਆਰਗਨਿਜ਼ਮ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਦੇਟ ਇਜ਼ ਅ ਪਾਥ ਫੋਲੋ ਕਰਦੇ ਆ ਤਾਂ ਕਿ ਇੱਕ ਤਾਂ ਡਾਈਜੈਸ਼ਨ ਕੰਪਲੀਟ ਹੋ ਜਾਏ, ਇੱਕ ਜਿਹੜੀ ਆ ਹੌਲੀ ਹੌਲੀ ਅਸਿਮੀਲੇਸ਼ਨ ਅਤੇ ਅਬਜ਼ੋਰਪਸ਼ਨ ਵੀ ਨਾਲ ਦੀ ਨਾਲ ਸਾਰੀ ਸਾਈਟੋਪਲਾਜ਼ਮ 'ਚ ਹੋ ਜਾਏ. ਉਸ ਵਾਸਤੇ ਬੇਟਾ 2 ਇਹਦੇ ਪਾਥ ਫਾਈਂਡ ਆਊਟ ਕੀਤੇ ਗਏ. ਸਾਇੰਟਿਸਟ ਨੇ ਕਿਹਾ ਕਿ ਜਾਂ ਤਾਂ ਇਹ 8 ਸ਼ੇਪ, ਇਹ 8 ਜਿਹੜੀ ਐਲੀਮੈਂਟਰੀ ਕਨਾਲ ਵਾਂਗੂ ਐਕਟ ਕਰ ਰਿਹਾ, ਦੈਟ ਇਜ਼ ਉਹ ਜਿਹੜਾ ਪਾਥ ਹੈ ਉਹ ਇੱਕ ਤਰ੍ਹਾਂ ਦਾ ਐਲੀਮੈਂਟਰੀ ਕਨਾਲ ਹੈ ਕਿ ਜਿਹਦੇ 'ਚੋਂ ਫੂਡ ਪਾਸ ਕਰਨਾ, ਜਿੱਥੋਂ ਇੱਥੋਂ ਪਾਸ ਕਰਨਾ. ਤਾਂ 2 ਵਰਡ ਕੈਨ ਸੇ ਵਰਡਸ ਨਾਲ ਅਟੈਚ ਕਿ ਜਾਂ ਤਾਂ ਉਹ 8 ਸ਼ੇਪ ਪਾਥ ਅਡੋਪਟ ਕਰੇਗਾ, ਠੀਕ ਹੈ, ਲਾਈਕ ਦਿਸ, ਠੀਕ ਹੈ, ਜਾਂ ਕੀ ਹੈ ਉਹ ਦੈਟ ਮੀਨਸ ਸਟਾਰਟਡ ਫਰੋਮ ਦਿਸ ਸਾਈਕਲਿਕ ਐਂਡ ਦੈਨ eliminated out. ਸੋ ਇਸੇ ਚੀਜ਼ ਨੂੰ ਆਪਾਂ ਐਕਸਪਲੇਨ ਕਰਦੇ ਹਾਂ ਵਿਦ ਦ ਹੈਲਪ ਆਫ ਅ ਨੈਕਸਟ ਫਿਗਰ, ਠੀਕ ਹੈ. ਐਂਡ ਦੈਟ ਨੈਕਸਟ ਫਿਗਰ ਜਿਹੜੀ ਆਪਾਂ ਨੂੰ ਕੀ ਦੱਸਦੀ ਹੈ. ਸੋ ਦਿਸ ਇਜ਼ ਜਸਟ ਸ਼ੋਇੰਗ ਯੂ ਅ ਪਾਥ. ਨਾਓ ਹੇਅਰ ਇਜ਼ 8 ਸ਼ੇਪ ਪਾਥ ਕਿ ਫੂਡ ਪਾਰਟੀਕਲ ਇਜ਼ ਹੇਅਰ, ਹੁਣ ਫੂਡ ਪਾਰਟੀਕਲ ਕੀ ਹੈ ਐਟ ਦਿਸ ਰੀਜਨ, ਇਹ ਪਿੰਚ ਆਫ ਹੋਇਆ, ਦੈਨ ਇਟ ਮੂਵ ਫਸਟ ਰਾਊਂਡਡ, ਇਸ ਤਰ੍ਹਾਂ ਉਹਨੇ ਰਾਊਂਡ ਅਟੇਨ ਕੀਤਾ, ਰਾਊਂਡ ਚੱਕਰ ਲਗਾਉਣ ਤੋਂ ਬਾਅਦ ਦੈਨ ਇਟ ਸਟਾਰਟ ਮੂਵਿੰਗ ਟੂ ਲਾਈਕ ਦਿਸ, ਠੀਕ ਹੈ.
ਸੋ ਉਸਦੇ ਨਾਲ ਮੂਵ ਕਰਦਾ ਹੋਇਆ ਇਹ ਕੀ ਹੈ, ਇਸ ਤਰੀਕੇ ਨਾਲ ਸਾਰੀ ਬੋਡੀ 'ਚੋਂ ਪਹਿਲਾਂ ਇੰਟੀਰੀਅਰ ਸਾਈਡ, ਦੈਨ ਕਰਵ ਕਰਕੇ ਟਵਰਡ ਅ ਪੋਸਟੀਰੀਅਰ ਸਾਈਡ ਐਂਡ ਦੈਨ ਐਟ ਦਾ ਰੀਜਨ ਕਿ ਨਾਲ ਦੀ ਨਾਲ ਡਾਈਜੈਸ਼ਨ ਹੋ ਰਹੀ ਹੈ ਅਤੇ ਜਿਹੜਾ ਅਨਡਾਈਜੈਸਟਡ ਫੂਡ ਮਟੀਰੀਅਲ ਹੈ ਉਹ ਇਸ ਰੀਜਨ ਤੋਂ ਹੀ ਹੈ ਬਾਹਰ ਨਿਕਲ ਜਾਏਗਾ। ਦੈਟ ਮੀਨਸ ਦੈਟ ਇਜ਼ ਐਕਸੋਸਾਈਟੋਸਿਸ ਦੇ ਫਾਰਮ 'ਚ। ਠੀਕ ਹੈ, ਇਹ ਤਾਂ ਹੈ O ਸ਼ੇਪ, ਸੌਰੀ 8। ਦੈਨ ਨੈਕਸਟ ਆਪਾਂ ਕਹਿੰਦੇ ਹਾਂ ਕਿ ਇਟ ਮੇ ਅਟੇਨ ਅ path called as a O shape path। O path ਕੀ ਹੈ, ਲਾਈਕ ਦਿਸ। ਠੀਕ ਹੈ, ਹੁਣ O path ਜਿਹੜਾ ਹੈ that is again ਆਪਾਂ ਇਸ ਨੂੰ ਕਿਸ ਤਰੀਕੇ ਨਾਲ ਕਹਿੰਦੇ ਆ ਕਿ ਜਿਹੜਾ O path ਹੈ, ਹੁਣ O path ਦੇਖੋ ਕਿਸ ਤਰੀਕੇ ਨਾਲ ਅਟੇਨ ਹੁੰਦਾ ਹੈ। ਫੂਡ ਵੈਕਿਊਲ ਇਜ਼ ਹੇਅਰ, ਉਹ ਪਹਿਲਾਂ ਪੋਸਟੀਰੀਅਰ, ਉੱਧਰ ਆਪਾਂ ਕੀਤਾ ਸੀ ਕਿ ਰਾਊਂਡਡ ਹੋ ਕੇ ਇੰਟੀਰੀਅਰ ਸਾਈਡ ਨੂੰ ਜਾਂਦਾ, ਨਾਓ ਇਟ ਇਜ਼ ਕਰਕੇ ਫੂਡ ਪਾਰਟੀਕਲ ਇੱਥੇ ਹੈ, then it is moved toward this direction posterior end ਤੋਂ ਬਾਅਦ then upwardly move ਕਰਕੇ toward anterior ਤੋਂ ਹੁੰਦਾ ਹੋਇਆ ਜਿਹੜਾ ਹੈ again from this region and then through a cytoproduct or called as anus ਜੋ ਕੀ ਹੈ feces passes throughout। ਸੋ ਇਹ ਜਿਹੜਾ ਹੈ ਦੋਨੋਂ ਪਾਥ ਜਿਹੜੇ ਹੈ ਉਹ ਫੋਲੋ ਕਰ ਸਕਦਾ ਹੈ। now it comes to the part ਕਿ ਸਰਕੂਲੇਸ਼ਨ ਆਫ ਫੂਡ ਵੈਕਿਊਲ ਇਜ਼ ਬਰੋਟ ਅਬਾਊਟ। ਹੁਣ ਇਹ ਆਪਣੇ ਆਪ ਤਾਂ ਨਹੀਂ ਹੈ, ਉਹਦੇ ਕੀ ਹੈ, ਸਾਈਟੋਪਲਾਜ਼ਮ ਬੇਟਾ ਮੂਵ ਕਰਦਾ ਐਂਡ ਦੈਟ ਮੂਵਮੈਂਟ ਆਫ ਦਾ ਸਾਈਟੋਪਲਾਜ਼ਮ, ਇਹ ਸਾਈਟੋਪਲਾਜ਼ਮ ਜਿਹੜਾ ਹੈ ਇਸ ਦੀ ਮੂਵਮੈਂਟ ਨੂੰ ਅਸੀਂ ਕੀ ਕਹਿੰਦੇ ਹਾਂ, ਦੈਟ ਇਜ਼ ਲਾਈਕ ਦਿਸ ਮੂਵ ਕਰ, ਵੀ ਕੈਨ ਸਾਈਕਲੋਸਿਸ, ਕੀ ਕਹਿ ਦਿੰਦੇ ਹਾਂ ਉਹਨੂੰ ਆਪਾਂ, ਸਾਈਕਲੋਸਿਸ ਹੈ। ਠੀਕ ਹੈ, ਐਂਡੋਪਲਾਜ਼ਮ ਐਂਡ ਇਟ ਟੇਕਸ 2 to 3 hours। ਨਾਓ ਫੂਡ ਵੈਕਿਊਲ ਅੰਡਰਗੋ ਚੇਂਜਿਸ। ਹੁਣ ਆਪਾਂ ਡਾਈਜੈਸ਼ਨ ਦੀ ਗੱਲ ਨਾਲ ਦੀ ਨਾਲ ਕਰ ਰਹੇ ਹਾਂ, ਕਿਉਂਕਿ ਇਹ ਤਾਂ ਪਾਥ ਦੱਸਿਆ ਸੀ ਪਰ ਨਾਲ ਦੀ ਨਾਲ ਡਾਈਜੈਸ਼ਨ ਵੀ ਹੋਣੀ ਹੈ ਕਿ ਫੂਡ ਪਾਰਟੀਕਲ ਜਿਹੜਾ ਹੈ ਉਹਦੇ ਵਿੱਚ ਜਿਹੜੀ ਹੈ H ਆਇਨ ਦੈਟ ਮੀਨਸ pH ਜਿਹੜਾ ਹੈ ਉਹ ਵੇਰੀ ਕਰਦਾ। ਜਦੋਂ ਫੂਡ ਪਾਰਟੀਕਲ ਜਿਹੜਾ ਹੈ ਜਦੋਂ ਡਾਈਜੈਸ਼ਨ ਹੁੰਦਾ ਇਹਦੇ ਨਾਲ ਕੁਝ ਮੰਨਿਆ ਗਿਆ ਹੈ ਕਿ ਇਸ ਫੂਡ ਵੈਕਿਊਲਸ ਦੇ ਨਾਲ ਜਿਹੜਾ ਦਿਸ ਫੂਡ ਵੈਕਿਊਲ ਉਹਦੇ ਨਾਲ ਆ ਕੇ ਫਿਊ ਐਸਿਡ ਵੈਸਿਕਲਸ ਯੂਨਾਈਟ ਕਰਦੇ ਐਂਡ ਵੀ ਨੇਮ ਐਸ ਐਸਿਡੋਸੋਮ ਫਿਊਜ਼ ਵਿਦ ਦਾ ਫੂਡ ਵੈਕਿਊਲ acidification and some of its membrane is removed, ਕੁਝ ਮੈਂਬਰੇਨ ਰਿਮੂਵ ਹੋ ਜਾਂਦੇ, ਅਸੀਂ ਉਸੇ ਕਹਿੰਦੇ ਕੰਡੈਂਸੇਸ਼ਨ। ਨਾਓ ਦਾ ਫੂਡ ਵੈਕਿਊਲ ਹੁਣ ਕੀ ਹੈ ਬੇਟਾ, ਐਸਿਡਿਕ, ਦਾ ਨੀਅਰ ਅਬਾਊਟ 3 ਜਿਹੜਾ ਹੈ pH ਜਿਹੜਾ ਹੈ ਉਹਦਾ ਨੀਅਰ ਅਬਾਊਟ ਦੇਖਿਆ ਗਿਆ ਕਿ ਐਟ ਦੈਟ ਟਾਈਮ ਫਾਈਂਡ ਆਊਟ ਕੀਤਾ ਸਾਇੰਟਿਸਟ ਨੇ, ਤਾਂ pH ਜਿਹੜਾ ਹੈ ਦੈਟ ਵਾਜ਼ ਐਟ ਦਾ 3 pH ਜਿਹੜਾ ਹੈ ਉਹ ਕਿੰਨਾ ਹੁੰਦਾ, ਐਸਿਡਿਕ। ਡਿਊਰਿੰਗ ਦਿਸ ਪ੍ਰੋਸੈਸ ਦਾ ਪ੍ਰੇ ਕਿਲ ਹੋ ਜਾਂਦਾ ਐਂਡ ਦਾ ਵੈਕਿਊਲ ਕੰਟੈਂਟ ਆਰ ਕੰਸਨਟਰੇਟਡ। ਠੀਕ ਹੈ, ਦੈਨ ਲਾਈਜ਼ੋਜ਼ੋਮ, ਠੀਕ ਹੈ, ਇਸ ਤਰ੍ਹਾਂ ਮੂਵ ਕਰ ਰਹੇ ਨਾਲ ਦੀ ਨਾਲ, ਦੈਨ ਲਾਈਜ਼ੋਜ਼ੋਮ ਜੁਆਇਨ ਕਰ ਜਾਂਦੇ ਆ। ਉਹ ਕੀ ਹੈ, ਲਾਈਜ਼ੋਜ਼ੋਮ ਜੁਆਇਨ ਕਰਨਾ ਕੰਟੈਂਟ ਕੀ ਹੈ, ਥੋੜ੍ਹਾ ਜਿਹਾ ਐਲਕਲਾਈਨ ਬਣ ਜਾਂਦਾ ਹੈ ਕਿ pH 3 to ਜਿਹੜਾ ਹੈ ਉਹ 5 ਤੱਕ ਚੱਲ ਜਾਂਦਾ ਹੈ, 5 ਤੱਕ। ਠੀਕ ਹੈ, ਐਂਡ ਦੈਨ ਦਿਸ pH ਜਿਹੜਾ ਹੈ ਕਰੈਕਟਰਿਸਟਿਕ ਆਫ ਇੰਟਰਾਸੈਲੂਲਰ ਡਾਈਜੈਸ਼ਨ ਆਫ ਆਰਗੈਨਿਜ਼ਮ। ਸੋ ਦਿਸ ਰੀਜਨ ਨਾਲ ਮੂਵਮੈਂਟ ਹੋ ਰਹੀ ਹੈ ਨਾਓ ਆਊਟ ਐਟ ਦਿਸ ਰੀਜਨ there will be what happen, digestion in a food vacuoles। enzyme reported from the paramecium are amylase, मैं दोबारा बोल रही हूँ, amylase, proteinase, then peptidase। amylase change the starch into sugar, proteinase break the protein into peptides, the acidic phase च है, and the peptidase convert the peptic in amino acid। ਡਾਈਜੈਸ਼ਨ ਆਫ ਫੈਟ ਜਿਹੜੀ ਹੈ ਉਹ ਕੰਟਰੋਵਰਸ਼ੀਅਲ ਹੈ ਇਨ ਪੈਰਾਮੀਸ਼, ਕਿਉਂਕਿ ਆਪਾਂ ਪਹਿਲਾਂ ਸਟਾਰਟਿੰਗ 'ਚ ਕਿਹਾ ਸੀ ਕਿ ਫੈਟ ਕੰਟੈਂਟ ਨੂੰ ਘੱਟ ਲੈਂਦਾ। ਸਮ ਆਥਰ ਥਿੰਕ ਦੈਟ ਦਾ ਲਿਪਿਡਸ ਫਾਰਮਡ ਇਨ ਦਾ ਐਂਡੋਪਲਾਜ਼ਮ ਆਰ ਫਾਰਮਡ ਫਰੋਮ ਗਲਾਈਕੋਜਨ, ਅਦਰ ਹੋਲਡ ਦੈਟ ਫੈਟਸ ਆਰ ਡਾਈਜੈਸਟਿਡ ਬਾਈ ਦਾ ਇੰਜ਼ਾਈਮ ਲਾਈਪੇਜ਼। ਠੀਕ ਹੈ, ਸੋ ਐਨੀ ਹਾਊ ਜਿਸ ਤਰ੍ਹਾਂ ਵੀ ਹੈ, ਲਾਈਪੇਜ਼ ਚੇਂਜ ਦਾ ਫੈਟਸ ਇਨਟੂ ਅ ਫੈਟੀ ਐਸਿਡ ਐਂਡ ਕੋਲੈਸਟਰੋਲ। ਠੀਕ ਹੈ, ਨਾਓ ਇਸੇ ਤਰੀਕੇ ਨਾਲ ਇਹ ਫੇਜ਼ ਕੰਪਲੀਟ ਹੋ ਗਿਆ। ਹੁਣ ਇਹ absorption simply material ਜਿਹੜਾ resulting from digestion pass through the membrane of the food vacuole into surrounding and means ਇਹਨਾਂ vacuoles ਚੋਂ ਸਿਰਫ ਕਿ that is passing out ਕਿ cytoplasm 'ਚ ਮਿਲ ਜਾਂਦਾ and this is called absorption। and absorption progress the food vacuole decrease in size। ਦੇਖੋ ਜਿਵੇਂ ਜਿਵੇਂ absorption ਸ਼ੁਰੂ ਹੋ ਰਹੀ ਹੈ ਉਸ ਤਰ੍ਹਾਂ ਹੀ ਕੀ ਹੈ food vacuole ਦਾ ਸਾਈਜ਼ ਕੀ ਹੈ, ਦੇਖੋ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਦੇਖੋ ਸੀ this ਸੋ ਇਹ ਫੂਡ ਵੈਕਿਊਲ ਦਾ ਸਾਈਜ਼ ਤੁਸੀਂ ਕਲੀਅਰਲੀ ਦੇਖੋ ਇਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਐਂਡ ਦੈਨ देयर ਵਿਲ ਬੀ ਵਾਟ ਹੈਪਨ। ਠੀਕ ਹੈ, ਸਾਈਜ਼ ਘਟ ਗਿਆ। ਹੁਣ ਅਸੀਮੀਲੇਸ਼ਨ, ਫੂਡ ਜਿਹੜਾ ਅਬਜ਼ੋਰਬ ਹੋਇਆ ਸੀ ਇੱਥੇ ਅਬਜ਼ੋਰਬ ਹੋ ਗਿਆ ਨਾ, ਸੋ ਉਹਨੇ ਕਿਹਾ ਸਾਈਟੋਪਲਾਜ਼ਮ ਦੇ ਵਿੱਚ ਮੂਵਮੈਂਟ ਹੈ, ਉਸ
दैट इज़ द साइटोप्लाज्म सिंथेसाइज इनटू अ लिविंग मैटर, तो वो असिमिलेशन, ग्रोथ, मेंटेनेंस एंड फूड इज़ कन्वर्टेड इनटू स्टोरेज प्रोडक्ट, मे बी ग्लाइकोजन, ग्रैन्यूल और फैट ड्रॉपलेट। एंड नाउ लास्ट ईजेशन, दिस ਇਹ ਚੀਜ਼ ਨਹੀਂ ਜਿਹੜੀ ਡਾਈਜੈਸਟ ਹੋਈ, ਉਹ ਫੂਡ ਵੈਕਿਊਲ ਜਿਹੜੀ ਹੈ ਹੌਲੀ ਹੌਲੀ ਹੋਰ ਛੋਟੀ ਹੁੰਦੀ ਹੋਈ ਕੀ ਹੈ ਐਟ ਦਾ ਐਂਡ ਬਿਲੋ ਟੂ ਦੈਟ ਵੱਲ ਮੂਵ ਕਰਦੀ, ਇਹਦੇ ਉੱਤੋਂ ਕ੍ਰੋਸ ਨਹੀਂ ਥੱਲਿਓਂ ਵੀ ਨਿਕਲ ਸਾਈਟੋਪਲਾਜ਼ਮ, ਠੀਕ ਹੈ। ਐਂਡ ਦੈਨ ਮੈਂਬਰੇਨ ਦੇ ਨਾਲ ਆ ਕੇ ਉਹਨਾਂ ਨੇ ਕੀ ਹੈ ਯੂਨਾਈਟ ਕਰ ਜਾਣਾ, ਵੇਸਟ ਲੇਡਨ ਫੂਡ ਵੈਕਿਊਲ ਮੂਵ ਟੂ ਦਾ ਸਾਈਟੋ ਪ੍ਰੋਡਕਟ, ਠੀਕ ਹੈ, ਇਹਨੂੰ ਆਪਾਂ ਸਾਈਟੋ ਪ੍ਰੋਡਕਟ ਦਾ ਨਾਮ ਦਿੱਤਾ ਹੋਇਆ, ਦੈਟ ਇਜ਼ ਔਰ ਏਨਸ। ਐਂਡ ਦੈਨ ਦੇ ਆਰ ਮੈਂਬਰੇਨ ਜਿਹੜੀ ਹੈ ਉਹ ਅਟੈਚ ਹੋ ਗਈ ਐਂਡ ਦੈਨ ਐਕਸਪੈਲ ਆਊਟ ਦਾ ਮਟੀਰੀਅਲ ਫਰੋਮ ਇਟ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੀ ਹੈ ਮੈਂਬਰੇਨ ਆਫ ਦਾ ਵੈਕਿਊਲ ਇਜ਼ ਰੀਸਾਈਕਲ ਟੂ ਅ ਸਾਈਟੋਸਟੋਮ ਇਨ ਅ ਫॉर्म ਆਫ ਅ ਸਮਾਲ ਵੈਸੀਕਲ ਇਨ ਦਾ ਡਿਵੈਲਪਮੈਂਟ ਆਫ ਨਿਊ ਫੂਡ ਵੈਕਿਊਲ। ਸੋ ਬੇਟਾ ਮੇਰਾ ਖਿਆਲ ਹੈ ਇਹ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਏਗਾ, ਠੀਕ ਹੈ। ਸੋ ਗੋ ਥਰੂ ਵਿਦ ਦੈਟ, ਜੇ ਨਹੀਂ ਸਮਝ ਆਏਗਾ ਤਾਂ ਜਿਹੜਾ ਹੈ